ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰੂ ਪਿਆਰਿਓ, ਇੱਕ ਬ੍ਰਾਹਮਣ ਜਿਸ ਦਾ ਨਾਮ ਤਰਲੋਚਨ ਸੀ, ਉਹ ਬ੍ਰਾਹਮਣ ਠਾਕਰਾਂ ਦੀ ਪੂਜਾ ਕਰਦਾ ਸੀ। ਭਗਤ ਧੰਨਾ ਜੀ ਜੋ ਜੱਟ ਸਨ, ਉਹ ਖੇਤੀਬਾੜੀ ਦਾ ਕੰਮ ਕਰਦੇ ਸਨ। ਜਦੋਂ ਭਗਤ ਧੰਨਾ ਜੀ ਖੂਹ ਦੇ ਉੱਤੇ ਜਾਂਦੇ ਸਨ ਤਾਂ ਉਸ ਛੱਪੜ ਦੇ ਕਿਨਾਰੇ ਉਸ ਤਰਲੋਚਨ ਬ੍ਰਾਹਮਣ ਨੂੰ ਠਾਕਰਾਂ ਦੀ ਪੂਜਾ ਕਰਦੇ ਦੇਖਦੇ ਸਨ। ਇੱਕ ਦਿਨ ਭਗਤ ਧੰਨਾ ਜੀ ਨੇ ਉਸ ਬ੍ਰਾਹਮਣ ਨੂੰ ਪੁੱਛਿਆ ਕਿ ਪੰਡਤ ਜੀ, ਇਹ ਕੀ ਕਰਦੇ ਹੋ? ਫਿਰ ਉਸ ਤਰਲੋਚਨ ਪੰਡਤ ਨੇ ਭਗਤ ਧੰਨਾ ਜੀ ਨੂੰ ਕਿਹਾ ਕਿ ਮੈਂ ਠਾਕਰ ਦੀ ਪੂਜਾ ਕਰਦਾ ਹਾਂ। ਫਿਰ ਭਗਤ ਧੰਨਾ ਜੀ ਨੇ ਪੁੱਛਿਆ ਕਿ ਠਾਕਰ ਕੌਣ ਹੁੰਦਾ ਹੈ? ਫਿਰ ਉਸ ਬ੍ਰਾਹਮਣ ਨੇ ਕਿਹਾ ਕਿ ਤੈਨੂੰ ਹਲੇ ਤੱਕ ਠਾਕਰ ਦਾ ਨਹੀਂ ਪਤਾ। ਸਾਰੀ ਦੁਨੀਆ ਦਾ ਕਰਤਾ, ਸੁੱਖਾਂ ਦਾ ਦਾਤਾ, ਸਰਬ ਪਦਾਰਥਾਂ ਦਾ ਮਾਲਕ ਠਾਕਰ ਹੀ ਤਾਂ ਹੈ। ਜਿਸ ਉੱਤੇ ਇਸ ਦੀ ਕਿਰਪਾ ਹੋ ਜਾਂਦੀ ਹੈ, ਉਹ ਤਰ ਜਾਂਦਾ ਹੈ। ਇਸ ਤਰ੍ਹਾਂ ਪੰਡਤ ਨੇ ਭਗਤ ਧੰਨਾ ਜੀ ਨੂੰ ਦੱਸਿਆ ਕਿ ਇਹ ਮੰਗਿਆ ਪਦਾਰਥ ਦਿੰਦਾ ਹੈ। ਧੰਨਿਆ, ਜੇ ਪੂਜੇਗਾ ਫਿਰ ਹੀ ਜਾਣੇਗਾ। ਫਿਰ ਭਗਤ ਧੰਨਾ ਜੀ ਨੇ ਉਸ ਪੰਡਤ ਨੂੰ ਪੁੱਛਿਆ ਕਿ ਤੁਹਾਨੂੰ ਵੀ ਕੁਝ ਮਿਲਿਆ ਹੈ? ਫਿਰ ਉਸ ਤਰਲੋਚਨ ਬ੍ਰਾਹਮਣ ਨੇ ਕਿਹਾ ਕਿ ਸਭ ਕੁਝ ਇਸ ਦਾ ਹੀ ਹੈ, ਇਸ ਨੇ ਹੀ ਸਭ ਕੁਝ ਦਿੱਤਾ ਹੈ। ਭਗਤ ਧੰਨਾ ਜੀ ਨੇ ਫਿਰ ਪੁੱਛਿਆ ਕਿ ਇਹ ਬੋਲਦਾ ਵੀ ਹੈ? ਫਿਰ ਉਹ ਪੰਡਤ ਧੰਨੇ ਜੀ ਦੀ ਗੱਲ ਸੁਣ ਕੇ ਹੱਸਣ ਲੱਗਾ। ਫਿਰ ਭਗਤ ਧੰਨਾ ਜੀ ਨੇ ਪੁੱਛਿਆ ਕਿ ਤੁਸੀਂ ਕਿਉਂ ਹੱਸੇ ਹੋ? ਮੈਂ ਤਾਂ ਤੁਹਾਡੀਆਂ ਦੱਸੀਆਂ ਗੱਲਾਂ ਅਨੁਸਾਰ ਹੀ ਗੱਲ ਕੀਤੀ ਹੈ। ਫਿਰ ਤਰਲੋਚਨ ਬ੍ਰਾਹਮਣ ਨੇ ਕਿਹਾ ਕਿ ਭੋਲਿਆ ਜੱਟਾ, ਇਹ ਠਾਕਰ ਗੱਲਾਂ ਸੁਣਦਾ ਹੈ ਤੇ ਕਰਦਾ ਵੀ ਹੈ। ਫਿਰ ਭਗਤ ਧੰਨਾ ਜੀ ਨੇ ਕਿਹਾ ਕਿ ਇਹ ਮੇਰੀਆਂ ਵੀ ਗੱਲਾਂ ਸੁਣ ਲਵੇਗਾ। ਫਿਰ ਪੰਡਤ ਨੇ ਕਿਹਾ ਕਿ ਜੇ ਤੂੰ ਪੂਰੀ ਵਿਧੀ ਦੇ ਨਾਲ ਪੂਜਾ ਕਰੇਗਾ ਤਾਂ ਇਹ ਜ਼ਰੂਰ ਬੋਲੇਗਾ, ਜੋ ਤੂੰ ਕਹੇਗਾ ਉਹੀ ਕਰੇਗਾ। ਫਿਰ ਭਗਤ ਧੰਨਾ ਜੀ ਨੇ ਕਿਹਾ, ਅੱਛਾ ਜੀ, ਜੇ ਇਹ ਗੱਲ ਹੈ ਤਾਂ ਇਹ ਠਾਕਰ ਮੈਨੂੰ ਵੀ ਦਿਓ। ਫਿਰ ਉਸ ਪੰਡਤ ਨੇ ਕਿਹਾ ਕਿ ਤੈਨੂੰ ਆਪਣੀ ਗਊ ਦੇਣੀ ਹੋਵੇਗੀ, ਫਿਰ ਇਹ ਠਾਕਰ ਮਿਲਣਗੇ। ਫਿਰ ਭਗਤ ਧੰਨਾ ਜੀ ਨੇ ਕਿਹਾ, ਪੰਡਤ ਜੀ, ਗਊ ਲੈ ਲਓ, ਜਿਵੇਂ ਤੁਸੀਂ ਆਖਦੇ ਹੋ ਕਿ ਠਾਕਰ ਇਸ ਮੁੱਲ ਤੋਂ ਮਹਿੰਗਾ ਨਹੀਂ ਹੈ। ਫਿਰ ਪੰਡਤ ਤਰਲੋਚਨ ਨੇ ਕਿਹਾ, ਤੁਸੀਂ ਆਪਣੀ ਗਊ ਦੇ ਜਾਓ ਤੇ ਠਾਕਰ ਲੈ ਜਾਓ। ਫਿਰ ਭਗਤ ਧੰਨਾ ਜੀ ਨੇ ਆਪਣੀ ਗਊ ਉਸ ਪੰਡਤ ਨੂੰ ਦੇ ਕੇ ਤੇ ਠਾਕਰ ਲੈ ਲਿਆ। ਫਿਰ ਭਗਤ ਧੰਨਾ ਜੀ ਨੇ ਠਾਕਰ ਨੂੰ ਬਾਹਰ ਖੂਹ ਦੇ ਉੱਤੇ ਲਿਜਾ ਕੇ ਰੱਖ ਲਿਆ ਤੇ ਉਸ ਦੇ ਮੂਹਰੇ ਰੋਟੀ ਰੱਖ ਕੇ ਬੈਠ ਗਿਆ ਤੇ ਬੇਨਤੀਆਂ ਕਰੀ ਜਾਵੇ, ਠਾਕਰ ਜੀ, ਜੇ ਰੋਟੀ ਖਾਵੋਗੇ ਤਾਂ ਮੈਂ ਫੇਰ ਹੀ ਰੋਟੀ ਖਾਵਾਂਗਾ, ਨਹੀਂ ਤਾਂ ਮੈਂ ਵੀ ਰੋਟੀ ਨਹੀਂ ਖਾਵਾਂਗਾ। ਠਾਕਰ ਜੋ ਕਿ ਇੱਕ ਗੋਲ ਪੱਥਰ ਸੀ, ਫਿਰ ਉਹ ਹਿੱਲਿਆ ਤੇ ਹੱਸ ਪਿਆ ਤੇ ਕਿਹਾ, ਧੰਨਿਆ, ਕੀ ਗੱਲ ਹੈ? ਫਿਰ ਭਗਤ ਧੰਨਾ ਜੀ ਨੇ ਕਿਹਾ, ਠਾਕਰ ਜੀ, ਰੋਟੀ ਖਾਓ ਜੀ, ਇੰਨਾ ਗੁੱਸਾ ਨਹੀਂ ਕਰੀਦਾ। ਤੁਸੀਂ ਆਪ 3-4 ਦਿਨ ਭੁੱਖੇ ਰਹੇ, ਨਾਲੇ ਮੈਨੂੰ ਭੁੱਖੇ ਰੱਖਿਆ, ਕੀ ਫਾਇਦਾ ਹੋਇਆ? ਇਸ ਤਰ੍ਹਾਂ ਉਸ ਸਰਵ ਵਿਆਪਕ ਪ੍ਰਭੂ ਨੇ ਧੰਨਾ ਜੀ ਦੇ ਨਾਲ ਗੱਲਾਂ ਕੀਤੀਆਂ ਤੇ ਧੰਨਾ ਜੀ ਦੇ ਉੱਤੇ ਐਸਾ ਦਿਆਲ ਹੋਇਆ ਕਿ ਧੰਨਾ ਜੀ ਦੇ ਸਾਰੇ ਕੰਮ ਕਰਨ ਲੱਗ ਪਿਆ। ਫਿਰ ਪਰਮੇਸ਼ਰ ਦੀ ਕਿਰਪਾ ਦੇ ਨਾਲ ਭਗਤ ਧੰਨਾ ਦੀ ਦ੍ਰਿੜਤਾ ਤੇ ਭਰੋਸੇ ਦਾ ਫਲ ਉਸ ਨੂੰ ਗੂੜਾ ਭਗਤੀ ਦਾ ਮਿਲ ਗਿਆ। ਆਏ ਸਾਧੂ ਸੰਤਾਂ ਦੀ ਸੇਵਾ ਕਰਨ ਲੱਗ ਪਿਆ ਤੇ ਐਸਾ ਹੋ ਗਿਆ ਕਿ ਕਿਸੇ ਵੀ ਸਾਧੂ ਸੰਤ ਨੂੰ ਸੇਵਾ ਕੀਤੇ ਬਿਨਾਂ ਤੇ ਰੋਟੀ ਖਵਾਏ ਬਿਨਾਂ ਅੱਗੇ ਨਹੀਂ ਜਾਣ ਦਿੰਦਾ ਸੀ। ਫਿਰ ਜਿਸ ਪੰਡਤ ਨੇ ਭੋਲੇ ਭਗਤ ਧੰਨਾ ਜੀ ਨੂੰ ਠਾਕਰ ਦਿੱਤਾ ਸੀ, ਉਸਨੇ ਜਦੋਂ ਧੰਨਾ ਜੀ ਨੂੰ ਦਿਨਾਂ ਦੇ ਵਿੱਚ ਉਸ ਦੀ ਦ੍ਰਿੜਤਾ ਦਾ ਫਲ ਮਿਲਿਆ ਦੇਖਿਆ ਤਾਂ ਉਹ ਹੈਰਾਨ ਹੋ ਗਿਆ। ਸਾਰੀ ਉਮਰ ਠਾਕਰਾਂ ਦੀ ਪੂਜਾ ਕਰਨ ਵਾਲੇ ਨੂੰ ਅੱਜ ਤੱਕ ਕੁਝ ਨਹੀਂ ਮਿਲਿਆ।
ਧੰਨਾ ਜੀ ਦੇ ਤਾਂ ਭਗਵਾਨ ਹਲ ਵੀ ਚਲਾਉਂਦਾ ਹੈ ਤੇ ਉਹਨਾਂ ਦੇ ਸਾਰੇ ਕੰਮ ਕਰਦਾ ਹੈ। ਉਹ ਪੰਡਤ ਧੰਨਾ ਜੀ ਨੂੰ ਮਿਲਿਆ ਤੇ ਉਹਨਾਂ ਦੇ ਚਰਨੀ ਲੱਗ ਗਿਆ ਤੇ ਕਹਿਣ ਲੱਗਾ, ਮੈਨੂੰ ਵੀ ਠਾਕਰ ਜੀ ਦੇ ਦਰਸ਼ਨ ਕਰਾਓ ਤੇ ਮੇਰੇ ਤੇ ਵੀ ਕਿਰਪਾ ਕਰੋ। ਫਿਰ ਭਗਤ ਧੰਨਾ ਜੀ ਨੇ ਹੈਰਾਨ ਹੋ ਕੇ ਪੁੱਛਿਆ ਕਿ ਤੈਨੂੰ ਹਲੇ ਤੱਕ ਦਰਸ਼ਨ ਨਹੀਂ ਹੋਏ? ਫਿਰ ਉਸ ਪੰਡਤ ਨੇ ਕਿਹਾ ਕਿ ਨਹੀਂ। ਫਿਰ ਭਗਤ ਧੰਨਾ ਜੀ ਨੇ ਕਿਹਾ, ਤੇਰੀਆਂ ਗੱਲਾਂ ਸੁਣ ਕੇ ਤਾਂ ਮੈਂ ਇਸ ਪਾਸੇ ਲੱਗਿਆ ਸੀ, ਪਰ ਤੂੰ ਤਾਂ ਹਲੇ ਤੱਕ ਵੀ ਖਾਲੀ ਹੈ। ਫਿਰ ਉਸ ਪੰਡਤ ਨੇ ਕਿਹਾ, ਹਾਂ ਧੰਨਾ ਜੀ, ਮੇਰੀਆਂ ਤਾਂ ਗੱਲਾਂ ਹੀ ਹਨ। ਇਸ ਗੱਲਾਂ ਕਰਕੇ ਅਸੀਂ ਲੋਕਾਂ ਨੂੰ ਸੁਣਾਉਂਦੇ ਹਾਂ ਤੇ ਉਦਰ ਪੂਰਨਾ ਕਰਦੇ ਹਾਂ। ਇਸ ਲਈ ਪੇਸ਼ੇਵਰ ਲੋਕਾਂ ਨੂੰ ਠਾਕਰ ਜੀ ਦੇ ਦਰਸ਼ਨ ਕਿੱਥੇ ਹੈ? ਸਾਡੇ ਵਿੱਚ ਤਾਂ ਭਾਵਨਾ ਵੀ ਗੱਲਾਂ ਵਾਲੀ ਹੈ, ਦ੍ਰਿੜਤਾ ਤੇ ਅਡੋਲਤਾ ਨਹੀਂ ਹੈ। ਇਸ ਲਈ ਸਾਨੂੰ ਠਾਕਰ ਜੀ ਦੇ ਦਰਸ਼ਨ ਕਿਵੇਂ ਹੋਣਗੇ? ਤੁਸੀਂ ਕਿਰਪਾ ਕਰੋ। ਤੁਸੀਂ ਭੋਲੇ ਭਾਅ ਦੇ ਨਾਲ ਠਾਕਰ ਜੀ ਨੂੰ ਰਜਾਇਆ ਹੈ। ਉਹ ਸਭ ਪਦਾਰਥਾਂ ਦਾ ਮਾਲਕ, ਰਿੱਧੀਆਂ ਸਿੱਧੀਆਂ ਦਾ ਮਾਲਕ ਤੁਹਾਡੀ ਸਰਲ ਭਾਵਨਾ ਤੇ ਰੀਝ ਕੇ ਤੁਹਾਡਾ ਅਨਸਾਈ ਹੋ ਗਿਆ ਹੈ। ਇਸ ਲਈ ਤੁਸੀਂ ਕਿਰਪਾ ਕਰੋ, ਮੈਨੂੰ ਵੀ ਠਾਕਰ ਜੀ ਦੇ ਦਰਸ਼ਨ ਕਰਾ ਦਿਓ। ਕਹਿੰਦੇ ਹਨ ਕਿ ਭਗਤ ਧੰਨਾ ਜੀ ਦੀਆਂ ਗਊਆਂ ਚਾਰਦੇ ਹੋਏ ਭਗਵਾਨ ਜੀ ਦੇ ਕੋਲ ਉਸ ਪੰਡਤ ਨੂੰ ਲੈ ਗਿਆ ਤੇ ਕਿਹਾ, ਉਹ ਦੇਖ ਭਗਵਾਨ ਕੈਸੀ ਸੁੰਦਰ ਸ਼ਕਲ ਵਾਲੇ ਹਨ। ਮੈਂ ਤਾਂ ਆਖਦਾ ਵੀ ਨਹੀਂ, ਪਰ ਮੇਰੇ ਕੰਮ ਆਪੇ ਹੀ ਕਰਦੇ ਰਹਿੰਦੇ ਹਨ। ਫਿਰ ਤਰਲੋਚਨ ਬ੍ਰਾਹਮਣ ਨੇ ਕਿਹਾ, ਪਰ ਧੰਨਾ ਜੀ, ਮੈਨੂੰ ਤਾਂ ਭਗਵਾਨ ਨਜ਼ਰ ਨਹੀਂ ਆਉਂਦੇ। ਇਹ ਕਹਿ ਕੇ ਉਸ ਬ੍ਰਾਹਮਣ ਨੇ ਭਗਤ ਧੰਨਾ ਜੀ ਦੇ ਚਰਨ ਫੜ ਲੈ ਕਿ ਮੈਨੂੰ ਵੀ ਦਰਸ਼ਨ ਕਰਾਓ, ਮੈਨੂੰ ਵੀ ਦਰਸ਼ਨ ਕਰਨ ਵਾਲੇ ਨੇਤਰ ਦਿਓ। ਫਿਰ ਭਗਤ ਧੰਨਾ ਜੀ ਨੇ ਭਗਵਾਨ ਨੂੰ ਬੇਨਤੀ ਕੀਤੀ ਕਿ ਇਸ ਬ੍ਰਾਹਮਣ ਨੂੰ ਵੀ ਦਰਸ਼ਨ ਦਿਓ। ਫਿਰ ਠਾਕਰ ਜੀ ਨੇ ਕਿਹਾ, ਧੰਨਿਆ, ਇਹ ਦਰਸ਼ਨ ਦੇਣ ਦੇ ਲਾਇਕ ਨਹੀਂ ਹੈ। ਇਸ ਦਾ ਮਨ ਤਾਂ ਪਾਪਾਂ ਦੇ ਨਾਲ, ਠਗੀਆਂ ਦੇ ਨਾਲ ਭਰਿਆ ਪਿਆ ਹੈ। ਤੂੰ ਕਹਿੰਦਾ ਹੈ ਕਿ ਇਸ ਦੇ ਕਰਕੇ ਤੈਨੂੰ ਦਰਸ਼ਨ ਹੋਏ ਹਨ। ਇਸ ਨੇ ਤਾਂ ਤੇਰੇ ਨਾਲ ਵੀ ਠਗੀ ਕੀਤੀ ਸੀ। ਗਊ ਲੈ ਕੇ ਲੂਣ ਮਿਰਚਾਂ ਕੁੱਟਣ ਵਾਲਾ ਪੱਥਰ ਤੈਨੂੰ ਦਿੱਤਾ ਸੀ। ਇਹ ਤੈਨੂੰ ਕਮਲਾ ਤੇ ਸਦਾਈ ਸਮਝਦਾ ਸੀ ਕਿ ਮੈਂ ਆਪਣੇ ਭਗਤ ਨੂੰ ਮੂਰਖ ਸਮਝਣ ਵਾਲੇ ਨੂੰ ਦਰਸ਼ਨ ਦੇ ਦਿਆਂ। ਇਹ ਕਿਵੇਂ ਹੋ ਸਕਦਾ ਹੈ? ਪਰ ਧੰਨਾ ਜੀ ਦੀਆਂ ਬੇਨਤੀਆਂ ਕਰਕੇ ਪਰਮਾਤਮਾ ਨੇ ਉਸ ਬ੍ਰਾਹਮਣ ਨੂੰ ਵੀ ਦਰਸ਼ਨ ਦੇ ਦਿੱਤੇ। ਉਸ ਦੀ ਵੀ ਕਾਇਆ ਕਲਪ ਕਰ ਦਿੱਤੀ। ਜਨਮ ਜਨਮਾਂਤਰਾਂ ਦੀ ਮੈਲ ਉਸ ਦੇ ਹਿਰਦੇ ਦੇ ਵਿੱਚੋਂ ਦੂਰ ਕਰ ਦਿੱਤੀ। ਫਿਰ ਭਗਤ ਧੰਨਾ ਜੀ ਦਾ ਜਸ ਫੈਲ ਗਿਆ। ਫਿਰ ਭਗਤ ਧੰਨਾ ਜੀ ਐਸੀ ਸੇਵਾ ਤੇ ਸਿਮਰਨ ਦੇ ਵਿੱਚ ਲੱਗੇ। ਦੂਰ ਦੂਰ ਤੋਂ ਸਾਧੂ ਧੰਨਾ ਜੀ ਦੇ ਦਰਸ਼ਨ ਕਰਨ ਆਉਂਦੇ ਤੇ ਧੰਨਾ ਜੀ ਦੇ ਮਨ ਦੇ ਵਿੱਚ ਐਸਾ ਚਾਨਣ ਹੋ ਗਿਆ ਕਿ ਉਹ ਭੂਤ ਭਵਿੱਖ ਦੇ ਜਾਣੂ ਤੇ ਬ੍ਰਹਮ ਗਿਆਨੀ ਹੋ ਗਏ। ਫਿਰ ਭਗਤ ਧੰਨਾ ਜੀ ਕਾਸ਼ੀ ਗਏ ਤੇ ਉੱਥੇ ਜਾ ਕੇ ਭਗਤ ਰਾਮਾਨੰਦ ਜੀ ਨੂੰ ਗੁਰੂ ਧਾਰਨ ਕਰਨ ਦੇ ਮਗਰੋਂ ਪੂਰੇ ਸੰਤ ਭਗਤ ਦੇ ਦਰਜੇ ਤੇ ਜਾ ਪੁੱਜੇ। ਸਤਿਨਾਮ ਸ੍ਰੀ ਵਾਹਿਗੁਰੂ ਜੀ।